ਤੁਹਾਨੂੰ ਅਜਿਹੇ ਏਜੰਟ ਦੇ ਨਾਲ ਮਿਲਵਾਉਣ ਜਾ ਰਿਹਾ, ਅਜਿਹਾ ਤੋਹਫਾ, ਅਜਿਹਾ ਆਫਰ ਸਟੂਡੈਂਟਸ ਲਈ ਲੈ ਕੇ ਆਏ ਨੇ। ਐਨ ਓਪਰਚੁਨਿਟੀ ਨਾਟ ਟੂ ਮਿਸ। ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਸ ਨੂੰ। ਇਹ ਸਾਰੇ ਪੈਸੇ ਦੇਣੇ ਤੁਸੀਂ ਸਾਨੂੰ ਵੀਜ਼ਾ ਲੱਗਣ ਤੋਂ ਬਾਅਦ, ਉਹ ਵੀ ਸਿਰਫ ਉਹਨੇ ਜਿੰਨਾ ਤੁਹਾਡਾ ਐਕਚੁਅਲ ਖਰਚਾ ਆਇਆ। ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਅੱਜ ਤੁਸੀਂ ਫੇਸਬੁੱਕ ਖੋਲ੍ਹਦੇ ਹੋ, ਇੰਸਟਾਗ੍ਰਾਮ ਖੋਲ੍ਹਦੇ ਹੋ, ਤੁਹਾਨੂੰ ਪਤਾ ਲੱਗਦਾ ਹੈ ਉੱਥੇ ਆਊਗਾ ਕਿ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ, ਕੀ ਤੁਸੀਂ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ, ਦੋ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਪਰ ਐਕਚੁਅਲ ਕੋਸਟ ਕਿੰਨੀ ਹੈ ਉਹ ਕੋਈ ਏਜੰਟ ਨਹੀਂ ਦੱਸਦਾ। ਕਿਸੇ ਸਟੂਡੈਂਟ ਨਾਲ ਕਿਸੇ ਪ੍ਰਕਾਰ ਦੀ ਵੀ ਕੋਈ ਟਰਾਂਸਪੇਰੈਂਸੀ ਨਹੀਂ ਹੁੰਦੀ ਕਿ ਤੁਹਾਡਾ ਇੰਨਾ ਐਕਚੁਅਲ ਖਰਚਾ ਆਇਆ ਤਾਂ ਇੰਨੇ ਪੈਸੇ ਦਾ ਪੈਕੇਜ ਤੁਹਾਡੇ ਨਾਲ ਅਸੀਂ ਕੀਤਾ ਹੈ ਜੀ। ਯਾਨੀ ਕਿ ਤੁਸੀਂ ਪੂਰੀ ਟਰਾਂਸਪੇਰੈਂਸੀ ਰੱਖੋਗੇ। ਬਿਲਕੁਲ, ਜਿੰਨੀ ਫੀਸ ਪੇ ਹੋਏਗੀ ਉਹਦੀ ਰਿਸਿਪਟ ਮਿਲੇਗੀ ਕੈਂਡੀਡੇਟ ਨੂੰ, ਉਹਦੇ ਬਾਅਦ ਉਨੇ ਹੀ ਪੈਸੇ ਚਾਰਜ ਕੀਤੇ ਜਾਣਗੇ, ਉਹ ਵੀ ਆਫਟਰ ਗੈਟਿੰਗ ਦਾ ਵੀਜ਼ਾ। ਉਸ ਤੋਂ ਪਹਿਲੇ ਕੋਈ ਸਿੰਗਲ ਪੈਨੀ ਨਹੀਂ ਦੇਣੀ। ਆਪ ਦੀ ਕੰਪਨੀ ਫੀਸ ਲਵਾਂਗੇ, ਕਹਿ ਕੇ ਲਵਾਂਗੇ। ਮਤਲਬ ਜਿਹੜੀ ਠੱਗੀ ਵੱਜ ਰਹੀ ਹੈ ਮਾਰਕੀਟ ਦੇ ਵਿੱਚ ਉਹ ਖਤਮ ਹੋ ਜਾਏਗੀ। ਬਿਲਕੁਲ ਜੀ, ਰਿਵੀਲ ਕਰ ਰਿਹਾ ਤੁਹਾਨੂੰ ਸਾਰੀ ਚੀਜ਼ਾਂ ਔਨ 에ਅਰ ਕਹਿ ਰਿਹਾ। ਜੇ ਤੁਸੀਂ ਇਹ ਇੰਟਰਵਿਊ ਦੇਖ ਰਹੇ ਹੋ, ਇਹਦੇ ਅੰਦਰ ਸਿਰਫ ਤੇ ਸਿਰਫ ਐਮਬੈਸੀ ਫੀਸ ਕਹੀ ਹੈ। ਮੈਂ ਕੋਈ ਫੇਕ ਐਡਵਰਟੀਜ਼ਮੈਂਟ ਨਹੀਂ ਕਰ ਰਿਹਾ, ਕੋਈ ਐਡ ਨਹੀਂ ਕਰਨ ਆਇਆ। ਮੈਂ ਸਿਰਫ ਇੱਕ ਅਵੇਅਰਨੈਸ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ। ਮੈਂ ਨਹੀਂ ਕਹਿੰਦਾ ਕਿ ਮੈਂ ਬਿਨਾਂ GIC ਤੋਂ ਤੁਹਾਨੂੰ ਬਾਹਰ ਭੇਜਾਂਗਾ। ਮੈਂ ਨਹੀਂ ਕਹਿੰਦਾ ਮੈਂ ਤੁਹਾਨੂੰ 3 ਤੋਂ 4 ਲੱਖ ਦੇ ਅੰਦਰ ਕੈਨੇਡਾ ਪਹੁੰਚਾ ਦੂੰਗਾ। ਮੈਂ ਨਹੀਂ ਕਹਿੰਦਾ ਤੁਹਾਨੂੰ ਕਿ 5 ਤੋਂ 7 ਲੱਖ ਦੇ ਅੰਦਰ ਤੁਹਾਨੂੰ UK ਪਹੁੰਚਾ ਦਾਂਗਾ। ਠੀਕ ਹੈ, ਮੈਂ ਗੱਲ ਕਰੂੰਗਾ ਉਹ ਜੋ ਮੈਂ ਕਰ ਪਾਵਾਂ। ਤੇ ਮੈਂ ਇਸ ਕਰਕੇ ਤੁਹਾਨੂੰ ਕਿਹਾ, ਅਸੀਂ ਸਾਡੀ ਕੰਪਨੀ ਚਾਰਜ ਕਰੇਗੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਉਹ ਵੀ ਸਿਰਫ ਉਹਨਾਂ ਜਿੰਨਾ ਤੁਹਾਡਾ ਐਕਚੁਅਲ ਖਰਚਾ ਆਇਆ। ਹਰ ਇੱਕ ਇੰਸਟੀਟਿਊਟ ਜਾਂ ਹਰ ਕੋਈ ਕਹਿ ਲਈਏ ਅੱਜ ਕੱਲ੍ਹ ਕੰਸਲਟੈਂਟ ਆਪਣੇ ਕੋਲ ਇੰਸਟੀਟਿਊਟ ਵੀ ਖੋਲੀ ਬੈਠੇ। ਤੁਸੀਂ ਵੀ ਖੋਲ੍ਹਿਆ, ਤੁਸੀਂ ਬੱਚਿਆਂ ਨੂੰ ਕੀ ਦੇ ਰਹੇ ਹੋ ਆਇਲਸ ਦੇ ਵਿੱਚ? ਦੇਖੋ ਜੀ, ਸਾਡੀ ਕੰਪਨੀ ਦੋ ਤਰੀਕੇ ਦੀ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ। ਇੱਕ ਹੈਗੀ ਆਨਲਾਈਨ ਆਇਲਸ, ਇੱਕ ਹੈਗੀ ਹੈ ਆਫਲਾਈਨ ਆਇਲਸ। ਠੀਕ ਹੈ, ਆਫਲਾਈਨ ਤੁਸੀਂ ਸਾਡੇ ਇੰਸਟੀਟਿਊਟ ਨੂੰ ਵਿਜ਼ਿਟ ਕਰਕੇ ਆਪਦੇ ਆਪ ਨੂੰ ਐਨਰੋਲ ਕਰ ਸਕਦੇ ਹੋ। ਇਸ ਇੰਟਰਵਿਊ ਤੋਂ ਬਾਅਦ ਸ਼ਾਇਦ ਸਾਰੇ ਕੰਸਲਟੈਂਟ ਸਾਰੇ ਜਿਹੜੇ ਇੰਸਟੀਟਿਊਟ ਵਾਲੇ ਸਾਰੇ ਇਸ ਚੀਜ਼ ਨੂੰ ਕਾਪੀ ਕਰਨਾ ਸਟਾਰਟ ਕਰ ਦੇਣਗੇ। ਅਸੀਂ ਲੈ ਕੇ ਆਏ ਹਾਂ ਫ੍ਰੀ ਆਇਲਸ ਹਰ ਇੱਕ ਸਟੂਡੈਂਟ ਵਾਸਤੇ। ਜੇ ਕਿਸੇ ਬੱਚੇ ਕੋਲ ਟਾਈਮ ਹੈਗਾ ਉਹ ਆਫਲਾਈਨ ਕਲਾਸਿਸ ਲਗਾ ਸਕਦਾ। ਜੇ ਕੋਈ ਬੰਦਾ ਨੌਕਰੀ ਕਰ ਰਿਹਾ, ਉਹ ਬਾਹਰ ਜਾਣ ਦਾ ਇੱਛੁਕ ਹੈਗਾ, ਉਹਦੇ ਕੋਲ ਟਾਈਮ ਹੈ ਨਹੀਂ, ਉਹ ਵੀ ਆਪ ਦੀ ਕਲਾਸਿਸ ਲਗਾ ਸਕਦਾ। ਆਨਲਾਈਨ 9:30 ਵਜੇ ਤੱਕ ਕਲਾਸ ਦਾ ਬੈਚ ਹੈ। ਤੁਸੀਂ 1.5 ਘੰਟੇ ਦੀ ਡੇਲੀ ਦੀ ਆਨਲਾਈਨ ਕਲਾਸਿਸ ਲਗਾ ਕੇ ਆਪ ਦੀ ਆਇਲਸ ਦੀ ਤਿਆਰੀ ਕਰ ਸਕਦੇ ਹੋ ਜੀ। ਤੁਸੀਂ ਆਇਲਸ ਫ੍ਰੀ ਕਰਾ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਉਹ ਵੀ ਜਿੰਨੇ ਬੰਦੇ ਉਹਨੇ ਲਵਾਂਗੇ। ਟੂਰਿਸਟ ਵੀਜ਼ਾ ਦੀ ਕੋਈ ਫੀਸ ਨਹੀਂ ਹੈ। ਤੁਹਾਨੂੰ ਕੀ ਫਾਇਦਾ ਹੋਇਆ? ਦੇਖੋ, ਲੋਕੀ ਅਗਰ ਆਪਾਂ ਗੱਲ ਕਰੀਏ ਸੇਵਾ ਦੀ, ਲੋਕੀ ਮੈਡੀਕਲ ਦੀ ਸੇਵਾ ਕਰਦੇ ਨੇ, ਕੋਈ ਬੰਦਾ ਐਜੂਕੇਸ਼ਨ ਕਿਸੇ ਦੀ ਫ੍ਰੀ ਕਰਦਾ, ਇਹ ਵੀ ਇੱਕ ਤਰੀਕੇ ਦੀ ਸੇਵਾ ਹੈ। ਤੋਂ ਉੱਪਰ ਕੋਈ ਸੇਵਾ ਹੀ ਹੈ ਨਹੀਂ। ਜੇ ਆਪਾਂ ਕਿਸੇ ਪਰਿਵਾਰ ਨੂੰ ਜਾਂ ਕਿਸੇ ਬੱਚੇ ਨੂੰ ਠੱਗੀ ਤੋਂ ਬਚਾ ਸਕੀਏ ਤਾਂ ਮੇਰੇ ਹਿਸਾਬ ਨਾਲ ਉਸ ਤੋਂ ਵੱਡਾ ਕੋਈ ਪੁੰਨ ਹੈ ਨਹੀਂ। ਮਤਲਬ ਪ੍ਰੋਪਰ ਟਰਾਂਸਪੇਰੈਂਸੀ ਨਾਲ ਅਸੀਂ ਹਰ ਇੱਕ ਕੈਂਡੀਡੇਟ ਨਾਲ ਕੰਮ ਕਰਾਂਗੇ ਤਾਂ ਕਿ ਇਹ ਠੱਗੀਆਂ ਜਿਹੜੀ ਵੱਜ ਰਹੀ ਹੈ ਆਫਟਰ ਵੀਜ਼ਾ ਦੇ ਨਾਂ 'ਤੇ, ਇਹਨੂੰ ਆਪਾਂ ਘਟਾ ਸਕੀਏ। ਮੇਰਾ ਮੇਨ ਮੋਟਿਵ ਇਹ ਹੈ, ਹੋਰ ਕੋਈ ਮੇਰਾ ਮੋਟਿਵ ਨਹੀਂ ਹੈ। ਇੱਕ ਸਹੀ ਤਰੀਕੇ ਨਾਲ ਬੰਦਾ ਬਾਹਰ ਜਾਵੇ ਤਾਂ ਜ਼ਿਆਦਾ ਬੈਟਰ ਹੈ। ਇਹ ਡੋਂਕੀਆਂ ਲਾਉਣ ਨਾਲੋਂ ਤੁਸੀਂ ਆਪਦਾ ਪੈਸਾ ਵੀ ਖਰਾਬ ਕਰਦੇ ਹੋ, ਤੁਸੀਂ ਆਪਣਾ ਟਾਈਮ ਵੀ ਖਰਾਬ ਕਰਦੇ ਹੋ, ਅਤੇ ਇਹ ਚੀਜ਼ ਅੰਦਰ ਪੈਣ ਦੀ ਕੋਈ ਲੋੜ ਨਹੀਂ ਹੈਗੀ। ਸਹੀ ਤਰੀਕੇ ਨਾਲ ਬਾਹਰ ਜਾਓ। ਜੇ ਤੁਸੀਂ ਜਾਣਾ ਹੈ, ਤੁਸੀਂ 50 ਲੱਖ ਰੁਪਏ ਦੇਈ ਫਿਰਦੇ ਹੋ ਏਜੰਟਾਂ ਨੂੰ ਕਿ ਹਾਂ ਸਾਡੇ ਤੋਂ 50 ਲੱਖ ਰੁਪਏ ਲੈ ਲਓ, ਸਾਡਾ ਪਾਸਪੋਰਟ ਦੇ ਉੱਪਰ ਬਸ ਸਾਨੂੰ ਉੱਧਰ ਲਵਾ ਦਿਓ ਜੀ, ਸਾਨੂੰ ਬਾਰਡਰ ਪਾਰ ਕਰਾ ਦਿਓ ਜੀ, ਸਾਨੂੰ USA ਪਹੁੰਚਾ ਦਿਓ। ਇਹੋ ਜਿਹੇ ਚੱਕਰਾਂ 'ਚ ਪੈਣ ਦੀ ਲੋੜ ਹੈ ਹੀ ਨਹੀਂ ਕਿਸੇ ਨੂੰ। ਅੱਜ ਕੱਲ੍ਹ ਬੱਚਿਆਂ ਦਾ UK ਵੱਲ ਨੂੰ ਰੁਝਾਨ ਬੜਾ ਵੱਧ ਰਿਹਾ ਹੈ। UK ਵੱਲ ਜਾਣ ਦਾ ਰੁਝਾਨ ਕਿਉਂ ਵੱਧ ਰਿਹਾ? ਮੁੱਖ ਕਾਰਨ ਕੀ ਮੰਨਦੇ ਹੋ? ਦੇਖੋ, ਕੈਨੇਡਾ ਅੱਜ ਦੀ ਡੇਟ ਅੰਦਰ ਬੱਚੇ ਲੈ ਰਹੇ ਆ ਅਤੇ ਉਹ ਲੈ ਰਹੇ ਆ ਜਿਨ੍ਹਾਂ ਦਾ ਗੈਪ ਨਹੀਂ ਹੈਗਾ। ਆਸਟ੍ਰੇਲੀਆ 2020 ਵਾਲਿਆਂ ਨੂੰ ਜਾਂ 2021 ਵਾਲਿਆਂ ਨੂੰ ਸਿਰਫ ਤੇ ਸਿਰਫ ਆਫਰ ਇਸ਼ੂ ਕਰ ਰਹੇ ਆ। ਜੇ ਗੱਲ ਕਰੀਏ UK ਦੀ, UK ਦੇ ਅੰਦਰ ਤੁਹਾਡਾ ਗੈਪ ਜਿਹੜਾ ਹੈਗਾ, ਜੇ ਕਿਸੇ ਬੱਚੇ ਦਾ ਗੈਪ ਜ਼ਿਆਦਾ ਹੈ ਜਾਂ ਕਿਸੇ ਦੇ ਆਇਲਸ ਦੇ ਅੰਦਰ 1 ਮੋਡਿਊਲ 'ਚੋਂ ਜਾਂ 2 ਮੋਡਿਊਲ ਦੇ ਅੰਦਰ ਉਹ 5.5 ਬੈਂਡ ਹੈ, ਉਹ ਬੱਚਾ ਆਪਦੀ ਜਿਹੜੀ ਫਾਈਲ ਹੈ UK ਦੇ ਅੰਦਰ ਅਪਲਾਈ ਕਰਦਾ ਤਾਂ ਉਹਨੂੰ ਵੀਜ਼ਾ ਮਿਲ ਜਾਂਦਾ। ਇਸ ਕਰਕੇ ਸਿਰਫ ਇਹ ਡਿਫਰੈਂਸ ਹੈ ਕਿ ਤੁਸੀਂ ਆਸਟ੍ਰੇਲੀਆ ਨਹੀਂ ਜਾ ਸਕਦੇ ਜਾਂ ਤੁਸੀਂ ਕੈਨੇਡਾ ਨਹੀਂ ਜਾ ਸਕਦੇ, ਤਾਂ ਤੁਹਾਡੇ ਕੋਲ ਥਰਡ ਆਪਸ਼ਨ ਬਚ ਜਾਂਦੀ UK ਦੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸਨੂਰ ਤਵਨ। ਪੰਜਾਬ ਤੋਂ ਬਾਹਰਲੇ ਮੁਲਕਾਂ ਵਿੱਚ ਜਾਣ ਵਾਲੇ ਨੌਜਵਾਨ ਬੇਹੱਦ ਗਿਣਤੀ ਵੱਧਦੀ ਚਲੀ ਜਾ ਰਹੀ ਹੈ। ਨੌਜਵਾਨ ਬੇਹੱਦ ਇੱਛੁਕ ਨੇ ਔਰ ਕਈ ਏਜੰਟਸ ਤੇ ਕੰਸਲਟੈਂਟਸ ਦੀ ਇੰਟਰਵਿਊਜ਼ ਤੁਹਾਡੇ ਤੱਕ ਲੈ ਕੇ ਪਹੁੰਚਦੇ ਹਾਂ, ਕੀ ਨਵੇਂ ਆਫਰਸ ਲੈ ਕੇ ਆਉਂਦੇ ਨੇ। ਪਰ ਅੱਜ ਤੁਹਾਨੂੰ ਅਜਿਹੇ ਏਜੰਟ ਦੇ ਨਾਲ ਮਿਲਵਾਉਣ ਜਾ ਰਿਹਾ, ਅਜਿਹਾ ਤੋਹਫਾ, ਅਜਿਹਾ ਆਫਰ ਸਟੂਡੈਂਟਸ ਲਈ ਲੈ ਕੇ ਆਏ ਨੇ। ਐਨ ਓਪਰਚੁਨਿਟੀ ਨਾਟ ਟੂ ਮਿਸ। ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਸ ਨੂੰ, ਕਿਸ ਤਰੀਕੇ ਦਾ ਆਫਰ ਤੁਹਾਡੇ ਲਈ ਲੈ ਕੇ ਆਏ ਨੇ। ਤਾਂ ਬਿਨਾਂ ਦੇਰੀ ਦੇ ਸਵਾਗਤ ਕਰ ਲੈਂਦੇ ਆ ਰਾਈਟ ਵੇ ਵੀਜ਼ਾ ਕੰਸਲਟੈਂਟਸ ਤੋਂ ਸਾਡੇ ਨਾਲ ਭਾਨਵ ਅਹੂਜਾ ਜੀ। ਬਹੁਤ ਸਵਾਗਤ ਹੈ ਜੀ ਡੇਲੀ ਪੋਸਟ ਪੰਜਾਬੀ ਤੇ। ਨਮਸਕਾਰ ਜੀ। ਤਾਂ ਤੁਹਾਡਾ ਨਾਮ ਬਹੁਤ ਸੁਣਿਆ ਔਰ ਇਹ ਵੀ ਪਤਾ ਲੱਗ ਰਿਹਾ ਕਿ ਹੁਣ ਤੁਸੀਂ ਵਿਦਿਆਰਥੀਆਂ ਲਈ ਇੱਕ ਅਜਿਹਾ ਆਫਰ ਲੈ ਕੇ ਆ ਰਹੇ ਹੋ ਕਿ ਨਜ਼ਰਅੰਦਾਜ਼ ਨਹੀਂ ਕਰ ਪਾਏਗਾ ਕੋਈ ਔਰ ਇੰਡਸਟਰੀ ਨੂੰ ਇੱਕ ਨਵਾਂ ਲੁੱਕ ਮਿਲੇਗਾ ਇਸ ਦੇ ਨਾਲ। ਕੀ ਹੈ ਇਹ ਆਫਰ? ਦੇਖੋ, ਸਾਰੇ ਕਹਿੰਦੇ ਅੱਜ ਦੀ ਡੇਟ ਦੇ ਅੰਦਰ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਅੱਜ ਤੁਸੀਂ ਫੇਸਬੁੱਕ ਖੋਲ੍ਹਦੇ ਹੋ, ਇੰਸਟਾਗ੍ਰਾਮ ਖੋਲ੍ਹਦੇ ਹੋ, ਤੁਹਾਨੂੰ ਪਤਾ ਲੱਗਦਾ ਹੈ ਉੱਥੇ ਆਊਗਾ ਕਿ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ, ਕੀ ਤੁਸੀਂ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ, ਅਤੇ ਦੋ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ। ਪਰ ਐਕਚੁਅਲ ਕੋਸਟ ਕਿੰਨੀ ਹੈ ਉਹ ਕੋਈ ਏਜੰਟ ਨਹੀਂ ਦੱਸਦਾ। ਕਿਸੇ ਨਾਲ ਕੋਈ ਵੀ ਤਰੀਕੇ ਦੀ ਟਰਾਂਸਪੇਰੈਂਸੀ ਨਹੀਂ ਰੱਖੀ ਜਾਂਦੀ ਕਿ ਜੇ ਤੁਹਾਡਾ ਖਰਚਾ ਆਇਆ ਤਾਂ ਕਿੰਨਾ ਆਇਆ ਅਤੇ ਤੁਹਾਡੇ ਤੋਂ ਚਾਰਜ ਕਿੰਨਾ ਕੀਤਾ ਜਾ ਰਿਹਾ।
ਤੇ ਸਾਡੀ ਜਿਹੜੀ ਕੰਪਨੀ ਹੈ ਅਸੀਂ ਇਹ ਆਫਰ ਲੈ ਕੇ ਆਏ ਹਾਂ ਕਿ ਸਾਰੇ ਪੈਸੇ ਦੇਣੇ ਤੁਸੀਂ ਸਾਨੂੰ ਵੀਜ਼ਾ ਲੱਗਣ ਤੋਂ ਬਾਅਦ, ਉਹ ਵੀ ਸਿਰਫ ਉਹਨੇ ਜਿੰਨਾ ਤੁਹਾਡਾ ਐਕਚੁਅਲ ਖਰਚਾ ਆਇਆ। ਕੋਈ ਵੀ ਗੈਪ ਦੇ ਨਾਂ 'ਤੇ, ਕੋਈ ਵੀ ਪੈਕੇਜ ਦੇ ਨਾਂ 'ਤੇ, ਕੋਈ ਵੀ ਰਿਫਿਊਜ਼ਲ ਦੇ ਨਾਂ 'ਤੇ ਤੁਹਾਡੇ ਤੋਂ 5 ਤੋਂ 7 ਲੱਖ ਰੁਪਏ ਫਾਲਤੂ ਚਾਰਜ ਨਹੀਂ ਕੀਤਾ ਜਾਏਗਾ। ਤੇ ਤੁਸੀਂ ਕੋਈ ਪੈਸਾ, ਕੋਈ ਐਡਵਾਂਸ ਨਹੀਂ ਸਾਨੂੰ ਦੇਣਾ, ਸਿਰਫ ਐਮਬੈਸੀ ਫੀਸ ਦੇਣੀ ਹੈ, ਉਹ ਵੀ ਤੁਸੀਂ ਆਪਦੇ ਕਾਰਡ ਤੋਂ ਡਾਇਰੈਕਟਲੀ ਪੇ ਕਰਨੀ ਹੈ। ਐਮਬੈਸੀ ਫੀਸ ਲਵਾਂਗੇ ਕਹਿ ਕੇ ਲੈ ਰਹੇ ਹਾਂ, ਹੋਰ ਕਿਸੇ ਪ੍ਰਕਾਰ ਦਾ ਵੀ ਕੋਈ ਐਡਵਾਂਸ, ਕੋਈ ਵੀ ਪੈਸੇ ਤੁਹਾਡੇ ਤੋਂ ਫਾਲਤੂ ਚਾਰਜ ਸਾਡੀ ਕੰਪਨੀ ਨਹੀਂ ਕਰੇਗੀ। ਜੀ ਬਿਲਕੁਲ, ਜੇਕਰ ਗੱਲ ਕਰੀਏ ਤਾਂ ਕੰਪੀਟੀਸ਼ਨ ਵੱਧਦਾ ਹੈ ਤਾਂ ਠੱਗੀ ਮਾਰਨ ਦੇ ਤਰੀਕੇ ਵੀ ਵੱਧਦੇ ਨੇ। ਹਰ ਕੋਈ ਅੱਗੇ ਆਉਣ ਲਈ ਨਵੇਂ ਆਫਰਸ ਲੈ ਕੇ ਆਉਂਦਾ ਹੈ, ਪਰ ਜੇਕਰ ਗੱਲ ਕਰੀਏ ਤਾਂ ਕਿੰਨੇ ਪੈਸੇ ਐਕਚੁਅਲੀ ਲੱਗਦੇ ਨੇ ਔਰ ਮਾਰਕੀਟ ਦੇ ਵਿੱਚ ਕਿੰਨੇ ਪੈਸਿਆਂ ਦੀ ਠੱਗੀ ਕੀਤੀ ਜਾ ਰਹੀ ਹੈ ਵਿਦਿਆਰਥੀਆਂ ਦੇ ਨਾਲ? ਦੇਖੋ ਜੀ, ਜੇ ਕਿਸੇ ਨੇ ਅੱਜ ਦੀ ਡੇਟ ਦੇ ਅੰਦਰ ਕੈਨੇਡਾ ਜਾਣਾ ਤਾਂ ਉਹਨੂੰ GIC ਮੈਂਡੇਟਰੀ ਹੈ। GIC $10,200 ਦਾ ਉਹਨੂੰ ਕਰਵਾਉਣਾ ਹੀ ਪਏਗਾ। ਉਹ ਡਿਪੋਜ਼ਿਟ ਕਰਵਾਉਣ ਤੋਂ ਬਾਅਦ ਉਹਨੂੰ 1 ਸਾਲ ਦੀ ਟਿਊਸ਼ਨ ਫੀਸ ਪੇ ਕਰਨ ਦੀ ਲੋੜ ਹੈ। 1 ਸਾਲ ਦੀ ਟਿਊਸ਼ਨ ਫੀਸ ਅਗਰ ਲਗਾ ਕੇ ਚੱਲੀਏ ਲਗਭਗ 8 ਤੋਂ 10 ਲੱਖ ਰੁਪਏ ਆਉਂਦੀ। ਕਿਸੇ ਯੂਨੀਵਰਸਿਟੀ ਦੀ ਅਗਰ ਗੱਲ ਕਰਦੇ ਤਾਂ ਉਹ 12 ਲੱਖ ਰੁਪਏ ਵੀ ਆ ਜਾਂਦੀ ਹੈ। ਤੇ ਜਿਹੜੀ ਐਕਚੁਅਲ ਕਾਸਟ ਬਣਦੀ ਹੈ ਉਹ ਲਗਭਗ 16 ਤੋਂ ਲੈ ਕੇ 17 ਲੱਖ ਰੁਪਏ ਬਣਦੀ ਹੈ। ਤੇ ਜੇ ਬੱਚਿਆਂ ਤੋਂ ਚਾਰਜ ਕੀਤਾ ਜਾਂਦਾ ਹੈ ਉਹ ਕੀਤਾ ਜਾਂਦਾ 22 ਤੋਂ 25 ਲੱਖ ਰੁਪਇਆ ਸਿਰਫ ਆਫਟਰ ਵੀਜ਼ਾ ਦੇ ਚੱਕਰਾਂ ਦੇ ਅੰਦਰ। ਕਿਸੇ ਸਟੂਡੈਂਟ ਨਾਲ ਕਿਸੇ ਪ੍ਰਕਾਰ ਦੇ ਵੀ ਕੋਈ ਟਰਾਂਸਪੇਰੈਂਸੀ ਨਹੀਂ ਹੁੰਦੀ ਕਿ ਤੁਹਾਡਾ ਇੰਨਾ ਐਕਚੁਅਲ ਖਰਚਾ ਆਇਆ ਤਾਂ ਇੰਨੇ ਪੈਸੇ ਦਾ ਪੈਕੇਜ ਤੁਹਾਡੇ ਨਾਲ ਅਸੀਂ ਕੀਤਾ ਹੈ। ਜੀ, ਯਾਨੀ ਕਿ ਤੁਸੀਂ ਪੂਰੀ ਟਰਾਂਸਪੇਰੈਂਸੀ ਰੱਖੋਗੇ? ਬਿਲਕੁਲ ਜੀ, ਜਿੰਨੀ ਫੀਸ ਪੇ ਹੋਏਗੀ ਉਹਦੀ ਰਿਸਿਪਟ ਮਿਲੇਗੀ ਕੈਂਡੀਡੇਟ ਨੂੰ, ਉਹਦੇ ਬਾਅਦ ਉਨੇ ਹੀ ਪੈਸੇ ਚਾਰਜ ਕੀਤੇ ਜਾਣਗੇ, ਉਹ ਵੀ ਆਫਟਰ ਗੈਟਿੰਗ ਦਾ ਵੀਜ਼ਾ। ਉਸ ਤੋਂ ਪਹਿਲੇ ਕੋਈ ਸਿੰਗਲ ਪੈਨੀ ਨਹੀਂ ਦੇਣੀ। ਆਪ ਦੀ ਕੰਪਨੀ ਫੀਸ ਲਵਾਂਗੇ ਕਹਿ ਕੇ ਲਵਾਂਗੇ, ਸਿਰਫ ਐਮਬੈਸੀ ਫੀਸ ਤੁਹਾਨੂੰ ਐਡਵਾਂਸ ਪੇ ਕਰਨੀ ਹੈ, ਉਹ ਵੀ ਤੁਸੀਂ ਆਪਦੇ ਕਾਰਡ ਤੋਂ ਪੇ ਕਰ ਸਕਦੇ ਹੋ। ਕਿਸੇ ਪ੍ਰਕਾਰ ਦਾ ਕੋਈ ਗੈਪ ਦਾ ਐਵੀਡੈਂਸ ਦੇ ਤੁਹਾਡੇ ਤੋਂ ਪੈਸੇ ਲਿੱਤੇ ਜਾਣਗੇ, ਨਾ ਫੰਡਿੰਗ ਦੇ ਨਾਂ 'ਤੇ ਕੋਈ ਪੈਸਾ ਲਿੱਤਾ ਜਾਊਗਾ, ਨਾ ਆਫਰ ਲੈਟਰ ਦੇ ਨਾਂ 'ਤੇ ਕੋਈ ਪੈਸਾ ਲਿੱਤਾ ਜਾਊਗਾ। ਮਤਲਬ ਜਿਹੜੀ ਠੱਗੀ ਵੱਜ ਰਹੀ ਹੈ ਮਾਰਕੀਟ ਦੇ ਵਿੱਚ ਉਹ ਖਤਮ ਹੋ ਜਾਏਗੀ? ਬਿਲਕੁਲ ਜੀ, ਰਿਵੀਲ ਕਰ ਰਹੇ ਹਾਂ ਤੁਹਾਨੂੰ ਸਾਰੀ ਚੀਜ਼ਾਂ ਔਨ 에ਅਰ ਕਹਿ ਰਹੇ ਹਾਂ। ਜੇ ਤੁਸੀਂ ਇਹ ਇੰਟਰਵਿਊ ਦੇਖ ਰਹੇ ਹੋ ਇਹਦੇ ਅੰਦਰ ਸਿਰਫ ਤੇ ਸਿਰਫ ਐਮਬੈਸੀ ਫੀਸ ਕਹੀ ਹੈ। ਜੇ ਤੁਸੀਂ ਸਾਡੇ ਆਫਿਸ ਵਿਜ਼ਿਟ ਕਰੋਗੇ ਤੁਹਾਨੂੰ ਉਹਦੇ ਅੰਦਰ ਵੀ ਤੁਹਾਨੂੰ ਪਤਾ ਲੱਗ ਜਾਏਗਾ ਕਿ ਹਾਂ ਵਾਕਈ ਦੇ ਅੰਦਰ ਇਸ ਚੀਜ਼ ਅੰਦਰ ਕਿੰਨਾ ਕਦਮ ਹੈ, ਕਿ ਵਾਕਈ ਦੇ ਅੰਦਰ ਇਹ ਕੰਸਲਟੈਂਟ ਸਹੀ ਗੱਲ ਕਹਿ ਰਿਹਾ ਸੀ ਕਿ ਨਹੀਂ ਕਹਿ ਰਿਹਾ ਸੀਗਾ। ਜੀ ਬਿਲਕੁਲ। ਜੇ ਟੂਰਿਸਟ ਵੀਜ਼ਾਸ ਦੀ ਗੱਲ ਕਰੀਏ ਤਾਂ ਟੂਰਿਸਟ ਦਾ ਰੁਝਾਨ ਕਾਫੀ ਵੱਧ ਰਿਹਾ ਹੈ। ਟੂਰਿਸਟ ਵੀਜ਼ਾਸ ਲਈ ਤੁਹਾਡੇ ਕੋਲ ਕੀ ਖਾਸ ਹੈ? ਦੇਖੋ ਜੀ, ਟੂਰਿਸਟ ਵੀਜ਼ਾ ਦੇ ਅੰਦਰ ਸਾਡੀ ਕੰਪਨੀ ਨੇ ਅੱਜ ਤੱਕ ਕਿਸੇ ਕੈਂਡੀਡੇਟ ਤੋਂ ਕੋਈ ਵੀ ਕੰਪਨੀ ਫੀਸ ਚਾਰਜ ਨਹੀਂ ਕੀਤੀ। ਸਿਰਫ ਅਸੀਂ ਐਮਬੈਸੀ ਫੀਸ ਲੈ ਕੇ ਹਰ ਇੱਕ ਕੈਂਡੀਡੇਟ ਦਾ ਜਿਹੜਾ ਕੇਸ ਉਹਨੂੰ ਪਰਸਿਊ ਕਰਦੇ ਹਾਂ, ਟਿਲ ਐਮਬੈਸੀ ਤੱਕ ਉਹਦੀ ਫਾਈਲ ਨੂੰ ਵਧੀਆ ਤਰੀਕੇ ਨਾਲ ਪ੍ਰੈਜ਼ੈਂਟ ਕਰਕੇ ਉਹਨੂੰ ਵੀਜ਼ਾ ਦਿਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਆਇਲਸ ਦੀ ਗੱਲ ਕਰੀਏ ਤਾਂ ਆਪਾਂ ਕਹਿੰਦੇ ਹਾਂ ਕਿ ਜੇਕਰ ਤੁਸੀਂ ਬਾਹਰ ਜਾਣਾ ਹੈ ਤਾਂ ਪਹਿਲੀ ਪੌੜੀ ਜੇਕਰ ਚੜ੍ਹਨੀ ਹੈ ਤਾਂ ਤੁਹਾਨੂੰ ਆਇਲਸ ਕਰਨੀ ਪਏਗੀ। ਜੇਕਰ ਤੁਸੀਂ PR ਲੈਣਾ ਹੈ ਤਾਂ ਇੱਕ ਸਰਟਨ ਸਕੋਰ ਹੈ, ਪੜ੍ਹਾਈ ਲਈ ਇੱਕ ਸਰਟਨ ਸਕੋਰ ਹੈ, ਜਨਰਲ ਔਰ ਅਕੈਡਮਿਕ। ਹਰ ਇੱਕ ਇੰਸਟੀਟਿਊਟ ਜਾਂ ਹਰ ਕੋਈ ਕਹਿ ਲਈਏ ਅੱਜ ਕੱਲ੍ਹ ਕੰਸਲਟੈਂਟ ਆਪਣੇ ਕੋਲ ਇੰਸਟੀਟਿਊਟ ਵੀ ਖੋਲੀ ਬੈਠੇ। ਤੁਸੀਂ ਵੀ ਖੋਲ੍ਹਿਆ, ਤੁਸੀਂ ਬੱਚਿਆਂ ਨੂੰ ਕੀ ਦੇ ਰਹੇ ਹੋ ਆਇਲਸ ਦੇ ਵਿੱਚ? ਦੇਖੋ ਜੀ, ਸਾਡੀ ਕੰਪਨੀ 2 ਤਰੀਕੇ ਦੀ ਸਰਵਿਸਿਜ਼ ਪ੍ਰੋਵਾਈਡ ਕਰਦੀ ਹੈ। ਇੱਕ ਹੈਗੀ ਆਨਲਾਈਨ ਆਇਲਸ, ਇੱਕ ਹੈਗੀ ਹੈ ਆਫਲਾਈਨ ਆਇਲਸ। ਠੀਕ ਹੈ, ਆਫਲਾਈਨ ਤੁਸੀਂ ਸਾਡੇ ਇੰਸਟੀਟਿਊਟ ਦੇ ਅੰਦਰ ਵਿਜ਼ਿਟ ਕਰਕੇ ਆਪਦੇ ਆਪ ਨੂੰ ਐਨਰੋਲ ਕਰ ਸਕਦੇ ਹੋ। ਤੇ ਮੇਨ ਜਿਹੜੀ ਖਾਸ ਗੱਲ ਹੈ, ਜਿਹੜੇ ਸਾਰੇ ਇੰਸਟੀਟਿਊਟ ਮੈਨੂੰ ਲੱਗਦਾ ਸ਼ਾਇਦ ਮੈਂ ਤੁਹਾਨੂੰ ਇਹ ਗੱਲ ਔਨ 에ਅਰ ਕਹਿ ਰਿਹਾ ਕਿ ਸਾਰੇ ਇਸ ਇੰਟਰਵਿਊ ਤੋਂ ਬਾਅਦ ਸ਼ਾਇਦ ਸਾਰੇ ਕੰਸਲਟੈਂਟ ਸਾਰੇ ਜਿਹੜੇ ਇੰਸਟੀਟਿਊਟ ਵਾਲੇ ਸਾਰੇ ਇਸ ਚੀਜ਼ ਨੂੰ ਕਾਪੀ ਕਰਨਾ ਸਟਾਰਟ ਕਰ ਦੇਣਗੇ। ਅਸੀਂ ਲੈ ਕੇ ਆਏ ਹਾਂ ਫ੍ਰੀ ਆਇਲਸ ਹਰ ਇੱਕ ਸਟੂਡੈਂਟ ਵਾਸਤੇ। ਜੇ ਕਿਸੇ ਬੱਚੇ ਕੋਲ ਟਾਈਮ ਹੈਗਾ ਉਹ ਆਫਲਾਈਨ ਕਲਾਸਿਸ ਲਗਾ ਸਕਦਾ। ਜੇ ਕੋਈ ਬੰਦਾ ਨੌਕਰੀ ਕਰ ਰਿਹਾ, ਉਹ ਬਾਹਰ ਜਾਣ ਦਾ ਇੱਛੁਕ ਹੈਗਾ, ਉਹਦੇ ਕੋਲ ਟਾਈਮ ਹੈ ਨਹੀਂ, ਉਹ ਵੀ ਆਪਦੀ ਕਲਾਸਿਸ ਲਗਾ ਸਕਦਾ। ਆਨਲਾਈਨ 9:30 ਵਜੇ ਤੱਕ ਕਲਾਸ ਦਾ ਬੈਚ ਹੈ। ਤੁਸੀਂ 1.5 ਘੰਟੇ ਦੀ ਡੇਲੀ ਦੀ ਆਨਲਾਈਨ ਕਲਾਸਿਸ ਲਗਾ ਕੇ ਆਪਦੀ ਆਇਲਸ ਦੀ ਤਿਆਰੀ ਕਰ ਸਕਦੇ ਹੋ। ਕੋਈ ਚਾਰजेस ਨਹੀਂ ਹੈਗੇ, ਕੋਈ ਇਹ ਚੀਜ਼ ਮੈਂਡੇਟਰੀ ਨਹੀਂ ਹੈਗੀ ਕਿ ਤੁਸੀਂ ਸਾਡੇ ਕੋਲ ਹੀ ਫਾਈਲ ਲਵਾਉਣੀ ਹੈ। ਅਸੀਂ ਕੋਈ ਓਰੀਜਨਲ ਡਾਕੂਮੈਂਟ ਨਹੀਂ ਤੁਹਾਡਾ ਰੱਖਾਂਗੇ ਤੇ ਕੋਈ ਪੈਸਾ ਵੀ ਚਾਰਜ ਨਹੀਂ ਕਰਾਂਗੇ। ਸਿੰਗਲ ਪੈਨੀ ਮੀਨਸ ਸਿੰਗਲ ਪੈਨੀ, ਕੋਈ 100 ਨਹੀਂ, ਕੋਈ 200 ਨਹੀਂ, ਕੋਈ 500 ਨਹੀਂ, ਕੋਈ 1000 ਨਹੀਂ, ਕੋਈ 2000 ਨਹੀਂ, ਕੋਈ ਰੁਪਈਆ ਚਾਰਜ ਨਹੀਂ ਕੀਤਾ ਜਾਊਗਾ ਕਿਸੇ ਵੀ ਕੈਂਡੀਡੇਟ ਨੂੰ। ਜੇ ਕੋਈ ਬੰਦੇ ਨੇ ਆਇਲਸ ਸਿੱਖਣੀ ਆ, ਬੰਦਾ ਸਿੱਖਣ ਵਾਲਾ ਹੋਵੇ, ਕਰਨ ਵਾਲਾ ਹੋਵੇ, ਅਸੀਂ ਉਹਨੂੰ ਫ੍ਰੀ ਆਫ ਕਾਸਟ ਆਇਲਸ ਕਰਾਵਾਂਗੇ ਤੇ ਉਹਨੂੰ ਉਹਦੀ ਡੈਸਟੀਨੀ ਤੱਕ ਪਹੁੰਚਾਵਾਂਗੇ। ਭਾਵੇਂ ਉਹ ਕੈਨੇਡਾ ਹੈ, ਭਾਵੇਂ ਉਹ ਆਸਟ੍ਰੇਲੀਆ ਹੈ, ਭਾਵੇਂ ਉਹ USA ਹੈ, ਭਾਵੇਂ ਉਹ UK ਹੈ। ਤਾਂ ਕਿਸ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਕਿਵੇਂ ਕਰ ਸਕਦੇ ਨੇ? ਜੇਕਰ ਕੋਈ ਇੰਟਰਵਿਊ ਸੁਣ ਰਿਹਾ ਉਹਨੇ ਫ੍ਰੀ ਆਇਲਸ ਲਈ ਅਪਲਾਈ ਕਰਨਾ ਹੈ, ਕਿਵੇਂ ਤੁਹਾਡੇ ਨਾਲ ਗੱਲ ਕਰੇ? ਤੁਸੀਂ ਇਸ ਡਿਸਕ੍ਰਿਪਸ਼ਨ ਦੇ ਅੰਦਰ ਇੱਕ ਪੇਜ ਦਾ ਜਿਹੜਾ ਆਪਣਾ ਲਿੰਕ ਮੈਂਸ਼ਨ ਕਰ ਦਿਓ। ਇਹ ਸਾਡਾ ਨੰਬਰ ਹੈਗਾ ਤੁਹਾਡੇ ਕੋਲ, ਤੁਸੀਂ ਸਾਡੇ ਨੰਬਰ 'ਤੇ ਕਾਲ ਕਰਕੇ ਆਪਦਾ ਨਾਮ ਤੇ ਆਪਦਾ ਨੰਬਰ ਸਾਨੂੰ ਡਰੋਪ ਆਊਟ ਕਰਕੇ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਹੋ। ਘਰ ਬੈਠੇ ਕਰਾ ਸਕਦੇ, ਤੁਹਾਨੂੰ ਦਫ਼ਤਰ ਆਉਣ ਦੀ ਵੀ ਕੋਈ ਲੋੜ ਨਹੀਂ ਹੈਗੀ। ਜੀ, ਜੇਕਰ ਗੱਲ ਕਰੀਏ ਤਾਂ ਹਾਲ ਹੀ ਦੇ ਵਿੱਚ ਕਈ ਅਜਿਹੀ ਖਬਰਾਂ ਵੀ ਸਾਹਮਣੇ ਆਉਂਦੀਆਂ ਨੇ, ਡੋਂਕੀ ਲਗਾ ਕੇ ਜਾ ਰਹੇ ਸੀ, ਮੌਤ ਹੋ ਜਾਂਦੀ ਹੈ, ਟਰੱਕ ਦੇ ਵਿੱਚ 46 ਲੋਕਾਂ ਦੀ ਮੌਤ ਹੋ ਜਾਂਦੀ ਹੈ। US ਜਾਣ ਦੀ ਗੱਲ ਕਰੀਏ ਤਾਂ US ਜਾਣ ਲਈ ਕਿਉਂ ਅਜਿਹਾ ਰਾਹ ਚੁਣਦੇ ਨੇ? ਡੋਂਕੀ ਲਾ ਕੇ ਕਿਉਂ ਜਾਏ ਜਾਂਦੇ ਨੇ? ਕੋਈ ਹੋਰ ਰਾਹ ਨਹੀਂ ਹੈ ਜਾਂ ਕੋਈ ਹੋਰ ਅਜਿਹਾ ਆਪਸ਼ਨ ਨਹੀਂ ਹੈ ਵਧੀਆ ਸੈਟਲਮੈਂਟ ਦਾ? ਦੇਖੋ ਜੀ, ਜਿਹੜੇ ਬੰਦੇ ਡੋਂਕੀ ਦੇ ਚੱਕਰ 'ਚ ਪੈਂਦੇ 2 ਤਰੀਕੇ ਦੇ ਲੋਕ ਨੇ। ਇੱਕ ਉਹ ਜਿਨ੍ਹਾਂ ਨੂੰ ਪ੍ਰੋਪਰ ਅਵੇਅਰਨੈਸ ਹੈ ਡੋਂਕੀ ਦਾ ਕੀ ਮਤਲਬ ਸਰਕਮਸਟੈਂਸਿਸ ਹੋ ਸਕਦੇ, ਕਿੱਥੇ ਤੱਕ ਜਾ ਸਕਦਾ ਬੰਦਾ, ਕਿ ਉਹਦੀ ਜਾਨ ਖਤਰੇ ਦੇ ਅੰਦਰ ਹੈਗੀ ਜਾਂ ਨਹੀਂ ਹੈਗੀ। ਇੱਕ ਬੰਦੇ ਉਹ ਨੇ ਜਿਨ੍ਹਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ, ਜਿਨ੍ਹਾਂ ਨੂੰ ਸਿਰਫ ਸੁਪਨੇ ਦਿਖਾ ਕੇ ਕਿ ਹਾਂ ਤਾਂ ਤੁਹਾਨੂੰ US ਪਹੁੰਚਾ ਦਾਂਗੇ, ਤੁਸੀਂ ਸਿਰਫ ਸਾਨੂੰ ਪਾਸਪੋਰਟ ਦੇਣਾ ਤਾਂ ਤੁਸੀਂ ਸਿਰਫ ਸਾਨੂੰ ਪੈਸੇ ਦੇਣੇ ਆ ਤਾਂ ਤੁਹਾਨੂੰ ਆਪਾਂ US ਪਹੁੰਚਾ ਦਾਂਗੇ। ਇਹਦੇ ਅੰਦਰ ਦੋਨੋਂ ਤਰੀਕੇ ਦੇ ਬੰਦੇ ਜਿਹੜੇ ਹੈਗੇ ਆ ਉਹ ਰਿਸਪੌਂਸੀਬਲ ਨੇ। ਜਿਨ੍ਹਾਂ ਨੂੰ ਨੌਲੇਜ ਹੈਗੀ ਵੀ ਹੈ ਉਹ ਫਿਰ ਵੀ ਆਪਣੀ ਲਾਈਫ ਦਾ ਰਿਸਕ ਲੈ ਕੇ
ਡੋਂਕੀ ਲਾ ਕੇ ਜਾਂਦੇ ਨੇ। ਹੁਣ ਡੋਂਕੀ ਦੇ ਵੀ ਦੋ ਤਰੀਕੇ ਨੇ, ਹੁਣ ਡੋਂਕੀ ਬਾਏ ਰੋਡ ਵੀ ਹੁੰਦੀ ਹੈ, ਡੋਂਕੀ ਬਾਏ ਬੋਟ ਵੀ ਹੁੰਦੀ ਹੈ, ਡੋਂਕੀ ਜੰਗਲਾਂ ਦੇ ਥਰੂ ਵੀ ਹੁੰਦੀ ਹੈ। ਪਰ ਲੋਕੀ ਆਪਦਾ 50-50 ਲੱਖ ਰੁਪਏ ਖਰਾਬ ਕਰਕੇ ਇਹ ਡੋਂਕੀਆਂ ਲਾਉਣ ਦਾ ਜਿਹੜਾ ਪ੍ਰੋਸੈਸ ਹੈ, ਮੈਂ ਕਹਿੰਦਾ ਇਹੋ ਜਿਹੇ ਬੰਦੇ ਨੂੰ ਤਾਂ ਬਿਲਕੁਲ ਐਡਮਿਨਿਸਟ੍ਰੇਸ਼ਨ ਇਹੋ ਜਿਹੇ ਬੰਦੇ ਦੇ ਉੱਪਰ ਸਟ੍ਰਿਕਟ ਐਕਸ਼ਨ ਲਵੇ ਤਾਂ ਕਿ ਕੋਈ ਇਹੋ ਜਿਹਾ ਜਿਹੜਾ ਮਤਲਬ ਇਹਨੂੰ ਪ੍ਰਮੋਟ ਕਰ ਰਿਹਾ ਕੋਈ ਕੰਸਲਟੈਂਟ ਤੇ ਅੱਗੇ ਤੋਂ ਨਾ ਕਰ ਸਕੇ, ਲੋਕਾਂ ਦੇ ਪੈਸੇ ਬਚ ਸਕਣ, ਲੋਕੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ, ਲੋਕਾਂ ਦਾ ਟਾਈਮ ਵੇਸਟ ਨਾ ਹੋਵੇ, ਲੋਕਾਂ ਦੇ ਪੈਸੇ ਖਰਾਬ ਨਾ ਹੋਣ। ਜੀ ਤਾਂ ਕਿੰਨੇ ਕੁ ਪੈਸੇ ਲੈ ਲੈਂਦੇ ਆ ਜੇਕਰ ਆਪਾਂ ਡੋਂਕੀ ਲਗਾਉਣ ਦੀ ਗੱਲ ਕਰੀਏ? ਕਿੰਨੇ ਕੁ ਪੈਸੇ ਲੋਕੀ ਏਜੰਟਸ ਨੂੰ ਵੀ ਦਿੰਦੇ, ਉਸ ਤੋਂ ਬਾਅਦ ਫਿਰ ਮੌਤ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ? ਦੇਖੋ ਜੀ 50-50 60-60 ਲੱਖ ਰੁਪਏ ਲੋਕੀ ਲਈ ਫਿਰਦੇ ਨੇ ਡੋਂਕੀਆਂ ਦੇ ਨਾਂ ਦੇ। ਤੇ ਮੇਰੇ ਹਿਸਾਬ ਨਾਲ ਜਿਹੜਾ ਇਹ ਹੁਣ ਕ੍ਰਾਈਟੇਰੀਆ ਚੱਲ ਰਿਹਾ ਡੋਂਕੀ ਵਾਲਾ, ਇਹ ਤਾਂ ਹੁਣ ਰਿਵੀਲ ਹੋ ਗਿਆ। ਹੁਣ ਸਾਹਮਣੇ ਆਈ ਜਿਹੜੀ ਇਨਸੀਡੈਂਟ ਹੋਇਆ, ਹਲੇ ਪਿੱਛੇ 46 ਲੋਕਾਂ ਦੀ ਮੌਤ ਹੋ ਗਈ ਇੱਕ ਟਰੱਕ ਦੇ ਅੰਦਰ ਜਾ ਰਹੇ ਸੀਗੇ। ਤੇ ਇਹ ਜਿਹੜਾ ਇਨਸੀਡੈਂਟ ਹੈ ਕਿਉਂ ਸਾਹਮਣੇ ਆਇਆ? ਕਿਉਂਕਿ ਇਹ ਬਾਏ ਰੋਡ ਜਾ ਰਹੇ ਸੀਗੇ, ਪੁਲਿਸ ਵਾਲੇ ਜਾ ਰਹੇ ਸੀ ਉੱਧਰੋਂ, ਉਹਨਾਂ ਨੇ ਦੇਖ ਲਿਆ ਕਿ ਹਾਂ ਇੱਕ ਲਾਸ਼ ਬਾਹਰ ਲਟਕ ਰਹੀ ਹੈ ਤੇ ਉਹਨਾਂ ਨੇ ਉਹ ਟਰੱਕ ਰੋਕ ਕੇ ਪਤਾ ਲੱਗ ਗਿਆ ਕਿ 100 ਤੋਂ ਵੱਧ ਲੋਕਾਂ ਨੂੰ ਡੋਂਕੀ ਲਵਾ ਰਹੇ ਸੀਗੇ। ਹੁਣ ਉਹਦੇ ਅੰਦਰ ਕਈ ਭਾਰਤੀ ਲੋਕ ਵੀ ਸੀ, ਕਈ ਹੋਰ ਦੇਸ਼ਾਂ ਤੋਂ ਵੀ ਆਏ ਹੋਏ ਸੀਗੇ। ਹੁਣ ਜਿਹੜੇ ਬੰਦੇ ਹਰ ਰੋਜ਼ ਮਰਦੇ ਨੇ ਜੰਗਲਾਂ ਦੇ ਅੰਦਰ, ਜਿਹੜੇ ਡੋਂਕੀ ਲਾ ਕੇ ਜਾਂਦੇ ਨੇ, ਜੰਗਲਾਂ ਦੇ ਥਰੂ ਜਾਂਦੇ ਆ, ਕਿਸੇ ਨੂੰ ਕੋਈ ਸੱਪ ਵੱਟ ਲੈਂਦਾ ਜਾਂ ਕੋਈ ਬੰਦਾ ਭੁੱਖ ਦੇ ਕਾਰਨ ਮਰ ਜਾਂਦਾ, ਉਹ ਤਾਂ ਚੀਜ਼ਾਂ ਸਾਹਮਣੇ ਨਹੀਂ ਆਉਂਦੀਆਂ। ਬਿਲਕੁਲ, ਉਹ ਡੇਟਾ ਹੀ ਨਹੀਂ ਸਾਹਮਣੇ ਆਉਂਦਾ। ਉਹ ਕਿੰਨੇ ਬੰਦੇ ਨੇ ਜਾਂ ਕਿੰਨਾ ਕੁ ਆંકੜਾ ਹੈ ਉਹ ਕਿਸੇ ਨੂੰ ਨਹੀਂ ਕੁਝ ਪਤਾ। ਪਰ ਮੇਰੇ ਅਕੋਰਡਿੰਗ ਇੱਕ ਸਹੀ ਤਰੀਕੇ ਨਾਲ ਬੰਦਾ ਬਾਹਰ ਜਾਵੇ ਤਾਂ ਜ਼ਿਆਦਾ ਬੈਟਰ ਹੈ। ਇਹ ਡੋਂਕੀਆਂ ਲਾਉਣ ਨਾਲੋਂ ਤੁਸੀਂ ਆਪਦਾ ਪੈਸਾ ਵੀ ਖਰਾਬ ਕਰਦੇ ਹੋ, ਤੁਸੀਂ ਆਪਣਾ ਟਾਈਮ ਵੀ ਖਰਾਬ ਕਰਦੇ ਹੋ, ਤੇ ਇਹ ਚੀਜ਼ ਅੰਦਰ ਪੈਣ ਦੀ ਕੋਈ ਲੋੜ ਨਹੀਂ ਹੈਗੀ। ਸਹੀ ਤਰੀਕੇ ਨਾਲ ਬਾਹਰ ਜਾਓ। ਜੇ ਤੁਸੀਂ ਜਾਣਾ ਹੈ, ਤੁਸੀਂ 50-50 ਲੱਖ ਰੁਪਏ ਦੇਈ ਫਿਰਦੇ ਹੋ ਏਜੰਟਾਂ ਨੂੰ ਕਿ ਹਾਂ ਸਾਡੇ ਤੋਂ 50 ਲੱਖ ਰੁਪਏ ਲੈ ਲਓ, ਸਾਡਾ ਪਾਸਪੋਰਟ ਦੇ ਉੱਪਰ ਬਸ ਸਾਨੂੰ ਉੱਧਰ ਲਵਾ ਦਿਓ ਜੀ, ਸਾਨੂੰ ਬਾਰਡਰ ਪਾਰ ਕਰਾ ਦਿਓ ਜੀ, ਸਾਨੂੰ USA ਪਹੁੰਚਾ ਦਿਓ। ਇਹੋ ਜਿਹੇ ਚੱਕਰਾਂ 'ਚ ਪੈਣ ਦੀ ਲੋੜ ਹੈ ਹੀ ਨਹੀਂ ਕਿਸੇ ਨੂੰ। ਜੇ ਬੰਦੇ ਨੇ ਇੰਨੇ ਪੈਸੇ ਖਰਾਬ ਕਰਨੇ ਆ, ਤੁਸੀਂ 10 ਲੱਖ ਰੁਪਏ ਆਪਦਾ ਲਾ ਕੇ ਟਰੈਵਲ ਹਿਸਟਰੀ ਬਣਾ ਕੇ ਤੁਸੀਂ ਬਾਹਰ ਵਿਜ਼ਿਟਰ ਵੀਜ਼ਾ 'ਤੇ ਜਾ ਸਕਦੇ ਹੋ USA। ਲੋਕੀ ਡਰਦੇ ਆ ਇੰਟਰਵਿਊ ਤੋਂ ਕਿ ਹਾਂ ਇੰਟਰਵਿਊ ਆ ਜਾਏਗੀ, ਹੁਣ ਪਤਾ ਨਹੀਂ ਇੰਟਰਵਿਊ ਦਾ ਕੀ ਬਣੂਗਾ, ਕਲੀਅਰ ਹੋਊਗੀ ਕਿ ਨਹੀਂ ਹੋਊਗੀ। ਅਗਲਾ ਕਹਿੰਦਾ ਯਾਰ 50 ਲੱਖ ਰੁਪਏ ਦਿਓ, ਉਹ ਬੰਦਾ ਮੈਨੂੰ ਪਹੁੰਚਾ ਤਾਂ ਰਿਹਾ, ਹੁਣ 50 ਲੱਖ ਰੁਪਏ ਦਿਓ, ਆਪਣੇ ਆਪ ਪਹੁੰਚਾ ਦੂਗਾ। ਹੁਣ ਇਹ ਨਹੀਂ ਪਤਾ ਉਹਦੇ ਸਰਕਮਸਟੈਂਸਿਸ ਕੀ ਹੁੰਦੇ ਆ, ਜਾਂ ਤਾਂ ਬੰਦਾ ਉੱਥੇ ਪਹੁੰਚਦਾ ਜਾਂ ਉਹਦੀ ਖਬਰ ਪਹੁੰਚਦੀ ਉਹਦੇ ਘਰਦਿਆਂ ਤੱਕ ਕਿਉਂ ਮਰ ਗਿਆ ਬੰਦਾ। ਜੀ ਤੁਸੀਂ ਆਇਲਸ ਫੀ ਕਰਾ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਉਹ ਵੀ ਜਿੰਨੇ ਬਣਦੇ ਉਹਨੇ ਲਵਾਂਗੇ, ਟੂਰਿਸਟ ਵੀਜ਼ਾ ਦੀ ਕੋਈ ਫੀਸ ਨਹੀਂ ਲੈ ਰਹੀ, ਤੁਹਾਨੂੰ ਕੀ ਫਾਇਦਾ ਹੋਇਆ? ਮੈਨੂੰ ਦੇਖੋ, ਲੋਕੀ ਅਗਰ ਆਪਾਂ ਗੱਲ ਕਰੀਏ ਸੇਵਾ ਦੀ, ਲੋਕੀ ਮੈਡੀਕਲ ਦੀ ਸੇਵਾ ਕਰਦੇ ਨੇ, ਕੋਈ ਬੰਦਾ ਐਜੂਕੇਸ਼ਨ ਕਿਸੇ ਦੀ ਫ੍ਰੀ ਕਰਦਾ, ਇਹ ਵੀ ਇੱਕ ਤਰੀਕੇ ਦੀ ਸੇਵਾ। ਇਸ ਤੋਂ ਉੱਪਰ ਕੋਈ ਸੇਵਾ ਹੀ ਹੈ ਨਹੀਂ। ਜੇ ਆਪਾਂ ਕਿਸੇ ਪਰਿਵਾਰ ਨੂੰ ਜਾਂ ਕਿਸੇ ਬੱਚੇ ਨੂੰ ਠੱਗੀ ਤੋਂ ਬਚਾ ਸਕੀਏ ਤਾਂ ਮੇਰੇ ਹਿਸਾਬ ਨਾਲ ਉਸ ਤੋਂ ਵੱਡਾ ਕੋਈ ਪੁੰਨ ਹੈ ਨਹੀਂ। ਇਸ ਕਰਕੇ ਅਸੀਂ ਹਰ ਇੱਕ ਕੈਂਡੀਡੇਟ ਨੂੰ ਇੱਕ ਸਹੀ ਰਾਹ ਪਾ ਰਹੇ ਹਾਂ ਕਿ ਤੁਸੀਂ ਆਪਦਾ ਪੈਕੇਜਾਂ ਦੇ ਅੰਦਰ ਫਸ ਕੇ ਆਪਦਾ 5 ਤੋਂ 7 ਲੱਖ ਰੁਪਏ ਨਾ ਖਰਾਬ ਕਰੋ। ਜਿਹੜਾ ਐਕਚੁਅਲ ਕਾਸਟ ਆਈ ਹੈ, ਜਾਂ ਤਾਂ ਤੁਸੀਂ ਦੇਖੋ ਤੁਸੀਂ ਪੈਸੇ ਬਾਅਦ 'ਚ ਵੀ ਦੇਣੇ ਆ, ਤੁਸੀਂ ਪਹਿਲੇ ਪੈਸੇ ਵੀ ਲੈਣੇ ਆ, ਠੀਕ ਹੈ, ਤੁਹਾਡਾ ਖਰਚਾ ਤਾਂ ਲੱਗਣਾ ਹੀ ਲੱਗਣਾ ਜਿਹੜਾ ਐਕਚੁਅਲ ਆਇਆ। ਤੇ ਤੁਸੀਂ ਆਫਟਰ ਵੀਜ਼ਾ ਦੇ ਚੱਕਰਾਂ 'ਚ ਆਪਣਾ ਅੰਦਰ ਪੈ ਕੇ ਆਪਦਾ 5 ਤੋਂ 10 ਲੱਖ ਰੁਪਏ ਖਰਾਬ ਕਿਉਂ ਕਰ ਰਹੇ ਹੋ? ਤੁਸੀਂ ਐਕਚੁਅਲ ਕਾਸਟ ਦੇ ਕੇ ਬਾਹਰ ਜਾਓ। ਜੇ ਤੁਹਾਡਾ ਖਰਚਾ 8 ਲੱਖ ਰੁਪਏ ਹੈ ਤਾਂ ਤੁਸੀਂ 8 ਲੱਖ ਰੁਪਏ ਹੀ ਦਿਓ। ਕਿਉਂ ਆਪਾਂ ਆਫਟਰ ਵੀਜ਼ਾ ਦੇ ਚੱਕਰਾਂ ਅੰਦਰ ਏਜੰਟ ਨੂੰ 5 ਤੋਂ 7 ਲੱਖ ਰੁਪਏ ਫਾਲਤੂ ਦੇ ਰਹੇ ਹਾਂ? ਇਸੇ ਚੀਜ਼ ਨੂੰ ਦੂਰ ਕਰਨ ਵਾਸਤੇ ਮੈਂ ਇਹ ਜਿਹੜੀ ਚੀਜ਼ ਹੈ ਲੈ ਕੇ ਆਇਆ ਸਟੂਡੈਂਟ ਵਾਸਤੇ। ਜੇ ਤੁਹਾਡਾ ਖਰਚਾ 8 ਲੱਖ ਰੁਪਏ ਹੈ ਤਾਂ ਤੁਹਾਡੇ ਤੋਂ ਸਾਡੀ ਕੰਪਨੀ 8 ਲੱਖ 1000 ਵੀ ਨਹੀਂ ਚਾਰਜ ਕਰੇਗੀ, 1 ਰੁਪਿਆ ਨਹੀਂ ਚਾਰਜ ਕਰੇਗੀ। 8 ਦਾ 8 ਲੱਖ ਹੀ ਦੇਣਾ। ਤੁਸੀਂ ਡਾਇਰੈਕਟਲੀ ਤੁਹਾਨੂੰ ਪ੍ਰੋਪਰ ਰਿਸਿਪਟਸ ਮਿਲਣੀਆਂ ਇੱਕ ਚੀਜ਼ ਦੀ ਕਿ ਆਹ ਤੁਹਾਡਾ ਐਕਚੁਅਲ ਖਰਚਾ ਆ, ਆਹ ਤੁਹਾਡੀ ਕਾਲਜ ਅੰਦਰ ਫੀਸ ਅਸੀਂ ਟ੍ਰਾਂਸਫਰ ਕੀਤੀ ਹੈ, ਆਹ ਤੁਹਾਡੀ DT ਰਿਸਿਪਟ ਰਹੀ, ਆਹ ਤੁਹਾਡੀ ਕਾਲਜ ਵੱਲੋਂ ਜਿਹੜੀ ਫੀਸ ਰਿਸੀਵ ਹੋਈ ਆ ਉਹਨਾਂ ਨੂੰ ਉਹਦੀ ਐਕਨੋਲੇਜਮੈਂਟ ਮਿਲ ਗਈ। ਮਤਲਬ ਪ੍ਰੋਪਰ ਟਰਾਂਸਪੇਰੈਂਸੀ ਨਾਲ ਅਸੀਂ ਹਰ ਇੱਕ ਕੈਂਡੀਡੇਟ ਨਾਲ ਕੰਮ ਕਰਾਂਗੇ ਤਾਂ ਕਿ ਇਹ ਠੱਗੀਆਂ ਜਿਹੜੀ ਵੱਜ ਰਹੀ ਆ ਆਫਟਰ ਵੀਜ਼ਾ ਦੇ ਨਾਂ 'ਤੇ ਇਹਨੂੰ ਆਪਾਂ ਘਟਾ ਸਕੀਏ। ਮੇਰਾ ਮੇਨ ਮੋਟਿਵ ਇਹ ਹੈ, ਹੋਰ ਕੋਈ ਮੇਰਾ ਮੋਟਿਵ ਨਹੀਂ ਹੈਗਾ। ਅੱਜ ਕੱਲ੍ਹ ਬੱਚਿਆਂ ਦਾ UK ਵੱਲ ਨੂੰ ਰੁਝਾਨ ਬੜਾ ਵੱਧ ਰਿਹਾ। UK ਵੱਲ ਜਾਣ ਦਾ ਰੁਝਾਨ ਕਿਉਂ ਵੱਧ ਰਿਹਾ? ਮੁੱਖ ਕਾਰਨ ਕੀ ਮੰਨਦੇ ਹੋ? ਦੇਖੋ, ਕੈਨੇਡਾ ਅੱਜ ਦੀ ਡੇਟ ਦੇ ਅੰਦਰ ਬੱਚੇ ਲੈ ਰਹੇ ਆ ਤੇ ਉਹ ਲੈ ਰਹੇ ਆ ਜਿਨ੍ਹਾਂ ਦਾ ਗੈਪ ਨਹੀਂ ਹੈਗਾ। ਆਸਟ੍ਰੇਲੀਆ 2020 ਵਾਲਿਆਂ ਨੂੰ ਜਾਂ 2021 ਵਾਲਿਆਂ ਨੂੰ ਸਿਰਫ ਤੇ ਸਿਰਫ ਆਫਰ ਇਸ਼ੂ ਕਰ ਰਿਹਾ। ਜੇ ਗੱਲ ਕਰੀਏ UK ਦੀ, UK ਦੇ ਅੰਦਰ ਤੁਹਾਡਾ ਗੈਪ ਜਿਹੜਾ ਹੈਗਾ, ਜੇ ਕਿਸੇ ਬੱਚੇ ਦਾ ਗੈਪ ਜ਼ਿਆਦਾ ਹੈ ਜਾਂ ਕਿਸੇ ਦੇ ਆਇਲਸ ਦੇ ਅੰਦਰ 1 ਮੋਡਿਊਲ 'ਚੋਂ ਜਾਂ 2 ਮੋਡਿਊਲ ਦੇ ਅੰਦਰ ਉਹ 5.5 ਬੈਂਡ ਹੈ, ਉਹ ਬੱਚਾ ਆਪਦੀ ਜਿਹੜੀ ਫਾਈਲ ਹੈ UK ਦੇ ਅੰਦਰ ਅਪਲਾਈ ਕਰਦਾ ਤਾਂ ਉਹਨੂੰ ਵੀਜ਼ਾ ਮਿਲ ਜਾਂਦਾ। ਇਸ ਕਰਕੇ ਸਿਰਫ ਇਹ ਡਿਫਰੈਂਸ ਹੈ ਕਿ ਤੁਸੀਂ ਆਸਟ੍ਰੇਲੀਆ ਨਹੀਂ ਜਾ ਸਕਦੇ ਜਾਂ ਤੁਸੀਂ ਕੈਨੇਡਾ ਨਹੀਂ ਜਾ ਸਕਦੇ, ਤਾਂ ਤੁਹਾਡੇ ਕੋਲ 3rd ਆਪਸ਼ਨ ਬਚ ਜਾਂਦੀ UK ਦੀ। ਇਸ ਕਰਕੇ UK ਦਾ ਰੁਝਾਨ ਵੱਧ ਗਿਆ ਕਿਉਂਕਿ ਬੱਚਿਆਂ ਦੇ ਬੈਂਡ ਨਹੀਂ ਆ ਰਹੇ, ਠੀਕ ਹੈ ਨਾ। ਹੁਣ ਜੇ ਕਿਸੇ ਦੇ 1 ਮੋਡਿਊਲ ਦੇ ਅੰਦਰ ਜਾਂ 2 ਮੋਡਿਊਲ 'ਚੋਂ 5.5 ਬੈਂਡ ਆ, ਉਹ ਆਪਦੇ ਆਪ ਨੂੰ ਫਿਰ ਦੇਖਦਾ ਕਿ ਯਾਰ ਮੈਂ ਸਿਰਫ UK ਜੋਗਾ ਰਹਿ ਗਿਆ। ਉਹ ਲਾਸਟ ਆਪਸ਼ਨ ਕੈਂਡੀਡੇਟ ਵਾਸਤੇ ਬਚਦੀ ਹੈ ਕਿ ਚਲੋ ਯਾਰ ਆਸਟ੍ਰੇਲੀਆ ਨਹੀਂ ਤੇ ਕੈਨੇਡਾ ਨਹੀਂ ਤਾਂ ਚਲੋ UK ਚੱਲ ਜਾਂਦੇ ਆ। ਔਰ ਖਰਚਾ ਕਿੰਨਾ ਆਉਂਦਾ UK ਦਾ? ਦੇਖੋ UK ਦਾ ਖਰਚਾ ਜਿਹੜਾ ਆਉਂਦਾ ਇਹਦੇ ਅੰਦਰ ਕੀ ਹੁੰਦਾ, ਇਨੀਸ਼ੀਅਲ ਡਿਪੋਜ਼ਿਟ ਹੁੰਦਾ ਇੱਕ, ਮਤਲਬ ਕੈਸ਼ ਲੈਟਰ ਲੈਣ ਵਾਸਤੇ ਤੁਹਾਨੂੰ ਇੱਕ ਇਨੀਸ਼ੀਅਲ ਡਿਪੋਜ਼ਿਟ ਕਰਾਉਣਾ ਪੈਂਦਾ ਕਿ ਤੁਸੀਂ ਇੰਨੀ ਫੀਸ ਆਪਣੀ ਇੰਨੇ ਪਾਉਂਡ ਪੇ ਕਰਤੇ, 2000 ਜਾਂ 4000। ਕਈ ਯੂਨੀਵਰਸਿਟੀਜ਼ 3000 ਪਾਉਂਡ ਦੇ ਉੱਪਰ ਤੁਹਾਨੂੰ ਕੈਸ਼ ਲੈਟਰ ਦੇ ਦਿੰਦੀ ਹੈ, ਕਈ ਯੂਨੀਵਰਸਿਟੀਜ਼ ਤੁਹਾਨੂੰ 5000 ਪਾਉਂਡ 'ਤੇ ਵੀ ਦੇ ਦਿੰਦੀ ਹੈ। ਮਤਲਬ 5 ਲੱਖ ਜਾਂ 7 ਲੱਖ ਰੁਪਏ ਖਰਚਾ ਆਉਂਦਾ ਤੇ ਬੱਚਿਆਂ ਤੋਂ ਚਾਰਜ ਕੀਤਾ ਜਾਂਦਾ ਡਬਲ। ਉਹ ਵੀ ਦੇਖ ਕੇ ਕਿ ਹਾਂ ਜਿਹੜਾ ਬੱਚਾ ਮਤਲਬ ਦੇ ਸਕਦਾ, ਕੈਪੇਬਲ ਹੈਗਾ,
ਕਿੰਨੇ ਕੁ ਪੈਸੇ ਦੇਣ ਦਾ ਕੈਪੇਬਲ ਹੈ, ਸਟਰੋਂਗ ਕਿੰਨੇ ਫਾਈਨੈਂਸ ਹਾਂ ਫਾਈਨੈਂਸ਼ੀਅਲੀ ਕਿੰਨਾ ਸਟਰੋਂਗ ਹੈ। ਜੇ ਕੋਈ ਬੱਚਾ ਠੀਕ ਹੈ ਚਲੋ ਉਹ ਤੋਂ 12 ਲੱਖ ਰੁਪਏ ਚਾਰਜ ਕਰ ਲੈਂਦੇ ਆ, ਜੇ ਕੋਈ ਬੱਚਾ ਵਧੀਆ ਘਰੋਂ ਹੈਗਾ ਉਹ ਤੋਂ 15 ਲੱਖ ਵੀ ਚਾਰਜ ਕਰ ਲੈਂਦੇ ਆ। ਤਾਂ ਉਹ ਵੇਰੀ ਕਰਦਾ ਹੈ ਕਿ ਬੱਚਾ ਕਿਹੜੇ ਬੈਕਗ੍ਰਾਉਂਡ ਤੋਂ ਸਾਹਮਣੇ ਆ ਰਿਹਾ ਹੈ। ਮੈਂ ਕੋਈ ਫੇਕ ਐਡਵਰਟੀਜ਼ਮੈਂਟ ਨਹੀਂ ਕਰ ਰਿਹਾ, ਕੋਈ ਐਡ ਨਹੀਂ ਕਰਨ ਆਇਆ, ਮੈਂ ਸਿਰਫ ਇੱਕ ਅਵੇਅਰਨੈਸ ਵੀਡੀਓ ਲੈ ਕੇ ਆਇਆ ਤੁਹਾਡੇ ਵਾਸਤੇ। ਮੈਂ ਨਹੀਂ ਕਹਿੰਦਾ ਕਿ ਮੈਂ ਬਿਨਾਂ GIC ਤੋਂ ਤੁਹਾਨੂੰ ਬਾਹਰ ਭੇਜਾਂਗਾ, ਮੈਂ ਨਹੀਂ ਕਹਿੰਦਾ ਮੈਂ ਤੁਹਾਨੂੰ 3 ਤੋਂ 4 ਲੱਖ ਦੇ ਅੰਦਰ ਕੈਨੇਡਾ ਪਹੁੰਚਾ ਦੂੰਗਾ, ਮੈਂ ਨਹੀਂ ਕਹਿੰਦਾ ਤੁਹਾਨੂੰ ਕਿ 5 ਤੋਂ 7 ਲੱਖ ਦੇ ਅੰਦਰ ਤੁਹਾਨੂੰ UK ਪਹੁੰਚਾ ਦਾਂਗਾ, ਠੀਕ ਹੈ। ਮੈਂ ਗੱਲ ਕਰੂੰਗਾ ਉਹ ਜੋ ਮੈਂ ਕਰ ਪਾਵਾਂ, ਤੇ ਮੈਂ ਇਸ ਕਰਕੇ ਤੁਹਾਨੂੰ ਕਿਹਾ ਅਸੀਂ ਸਾਡੀ ਕੰਪਨੀ ਚਾਰਜ ਕਰੇਗੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ, ਉਹ ਵੀ ਸਿਰਫ ਉਹਨਾਂ ਜਿੰਨਾ ਤੁਹਾਡਾ ਐਕਚੁਅਲ ਖਰਚਾ ਆਇਆ। ਕੋਈ ਵੀ ਪੈਕੇਜ ਦੇ ਨਾਂ ਤੇ ਤੁਹਾਨੂੰ 5 ਤੋਂ 7 ਲੱਖ ਰੁਪਇਆ ਐਕਸਟਰਾ ਪੇ ਕਰਨ ਦੀ ਲੋੜ ਨਹੀਂ, ਕੋਈ ਰਿਫਿਊਜ਼ਲ ਦੇ ਨਾਂ ਤੇ ਤੁਹਾਨੂੰ 5 ਤੋਂ 7 ਲੱਖ ਰੁਪਏ ਐਕਸਟਰਾ ਪੇ ਕਰਨ ਦੀ ਲੋੜ ਨਹੀਂ, ਕੋਈ ਵੀ ਤੁਹਾਡੇ ਤੋਂ ਐਡਵਾਂਸ ਨਹੀਂ ਲਿੱਤਾ ਜਾਏਗਾ। ਸਿਰਫ ਐਮਬੈਸੀ ਫੀਸ ਪੇ ਕਰਕੇ ਸਾਡੀ ਚ ਕੰਪਨੀ ਚਾਰजेस ਤੁਸੀਂ ਸਾਨੂੰ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਆ। ਤਾਂ ਜੇਕਰ ਤੁਸੀਂ ਵੀ ਬਾਹਰ ਜਾਣਾ ਚਾਹੁੰਦੇ ਹੋ, ਬਾਹਰ ਜਾਣ ਦਾ ਸੁਪਨਾ ਸਾਕਾਰ ਕਰਨਾ ਚਾਹੁੰਦੇ ਹੋ, ਔਰ ਉਹਨੇ ਪੈਸਿਆਂ ਦੇ ਵਿੱਚ ਵੀ ਜਿੰਨਾ ਤੁਹਾਡਾ ਬਜਟ ਅਲਾਉ ਕਰਦਾ ਹੈ, ਧੋਖਾ ਨਾ ਹੋਏ ਤੁਹਾਡੇ ਨਾਲ, ਤਾਂ ਇਸ ਕਰਕੇ ਰਾਈਟ ਵੇ ਵੀਜ਼ਾ ਕੰਸਲਟੈਂਟਸ ਨੂੰ ਸਾਡੇ ਵਿਹੜੇ ਲੈ ਕੇ ਆ ਔਰ ਤੁਹਾਡੇ ਨਾਲ ਗੱਲਬਾਤ ਕਰਾਈ। ਉਮੀਦ ਹੈ ਤੁਹਾਨੂੰ ਇੰਟਰਵਿਊ ਪਸੰਦ ਆਈ ਹੋਵੇਗੀ। ਤੁਹਾਡੇ ਤੋਂ ਵੀ ਇਜਾਜ਼ਤ ਲਵਾਂਗੇ। ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਜੀ। ਸੋ ਇਹ ਸੀ ਅੱਜ ਦੀ ਇੰਟਰਵਿਊ। ਤੁਸੀਂ ਜੇਕਰ ਇਹਨਾਂ ਨੂੰ ਮਿਲਣਾ ਚਾਹੁੰਦੇ ਹੋ, ਜੇਕਰ ਆਫਿਸ ਵਿਜ਼ਿਟ ਕਰਨਾ ਚਾਹੁੰਦੇ ਹੋ, ਫੋਨ ਨੰਬਰ ਤੇ ਕੰਟੈਕਟ ਕਰ ਸਕਦੇ ਹੋ, ਜਾਂ ਫਿਰ IELTS ਲਈ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰਸ ਡਿਸਪਲੇ ਹੋ ਰਹੇ ਨੇ, ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਅੱਜ ਦੀ ਇੰਟਰਵਿਊ ਸੁਣਨ ਲਈ ਬਹੁਤ ਬਹੁਤ ਧੰਨਵਾਦ।